ਤਲਾਕ। ਮੈਂ ਤਲਾਕ ਦੇਵਾਂਗੀ, ਪਰ ਮੇਰੀ ਇੱਕ ਸ਼ਰਤ ਹੈ। ਰਾਤ ਨੂੰ ਜਦੋਂ ਮੈਂ ਘਰ ਪਹੁੰਚਿਆ ਤਾਂ ਮੇਰੀ ਪਤਨੀ ਨੇ ਖਾਣਾ ਬਣਾਇਆ। ਮੈਂ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਅਤੇ ਕਿਹਾ ਕਿ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ। ਉਹ ਚੁੱਪਚਾਪ ਬੈਠੀ ਖਾਣਾ ਖਾ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਦਰਦ ਸਾਫ਼ ਦਿਖਾਈ ਦੇ ਰਿਹਾ ਸੀ। ਮੈਨੂੰ ਸਮਝ ਨਾ ਆਵੇ ਕਿ ਕਿਵੇਂ ਕਹਾਂ, ਪਰ ਉਸ ਨੂੰ ਦੱਸਣਾ ਜ਼ਰੂਰੀ ਸੀ। ਮੈਂ ਬੜੇ ਸਹਿਜ ਨਾਲ ਕਿਹਾ, ਮੈਨੂੰ ਤਲਾਕ ਚਾਹੀਦਾ ਹੈ। ਇਉਂ ਜਾਪਦਾ ਸੀ ਜਿਵੇਂ ਮੇਰੀਆਂ ਗੱਲਾਂ ਨਾਲ ਉਸ ਨੂੰ ਕੋਈ ਫਰਕ ਨਹੀਂ ਪਿਆ। ਸਗੋਂ ਉਸ ਨੇ ਮੈਨੂੰ ਪੁੱਛਿਆ ਕਿ ਤਲਾਕ ਕਿਉਂ ਚਾਹੀਦਾ ਹੈ। ਜਦੋਂ ਮੈਂ ਉਸ ਦੇ ਸਵਾਲ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਸ ਨੂੰ ਗੁੱਸਾ ਆਇਆ। ਉਸ ਨੇ ਚਮਚਾ ਚੁੱਕ ਕੇ ਦੂਰ ਸੁੱਟ ਦਿੱਤਾ ਅਤੇ ਉੱਚੀ ਉੱਚੀ ਚੀਕਿਆ, ਤੁਸੀਂ ਇਨਸਾਨ ਨਹੀਂ ਹੋ। ਉਸ ਰਾਤ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ। ਉਹ ਰੋ ਰਹੀ ਸੀ। ਮੈਨੂੰ ਪਤਾ ਸੀ ਕਿ ਉਹ ਜਾਣਨਾ ਚਾਹੁੰਦੀ ਸੀ ਕਿ ਆਖਿਰ ਅਜਿਹਾ ਕੀ ਹੋਇਆ ਕਿ ਸਾਡਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਆ ਗਿਆ। ਪਰ ਉਸ ਦੇ ਸਵਾਲਾਂ ਦਾ ਜਵਾਬ ਦੇਣਾ ਮੇਰੇ ਲਈ ਅਸੰਭਵ ਸੀ। ਹੁਣ ਮੈਂ ਕਿਸੇ ਹੋਰ ਨੂੰ ਪਿਆਰ ਕਰਨ ਲੱਗ ਪਿਆ ਸੀ। ਉਸ ਦਾ ਨਾਮ ਪ੍ਰਿਆ ਸੀ। ਮੈਂ ਉਸ ਨੂੰ ਹੁਣ ਪਿਆਰ ਨਹੀਂ ਕਰਦਾ ਸੀ। ਮੈਂ ਉਸ ਨੂੰ ਉਸ ਦੇ ਸਾਲਾਂ ਦੇ ਪਿਆਰ ਦੀ ਸਜ਼ਾ ਦਿੱਤੀ ਸੀ। ਭਾਰੀ ਮਨ ਨਾਲ ਮੈਂ ਤਲਾਕ ਦੇ ਕਾਗਜ਼ ਤਿਆਰ ਕੀਤੇ। ਇਸ ਵਿੱਚ ਲਿਖਿਆ ਗਿਆ ਸੀ ਕਿ ਉਹ ਇਸ ਤਲਾਕ ਦੇ ਬਦਲੇ ਪੂਰਾ ਘਰ, ਕਾਰ ਅਤੇ ਕੰਪਨੀ ਦੇ 30% ਸ਼ੇਅਰ ਲੈ ਸਕਦੀ ਹੈ। ਪਰ ਉਸ ਨੇ ਉਹਨਾਂ ਕਾਗਜ਼ਾਂ ਨੂੰ ਦੇਖਿਆ ਅਤੇ ਉਹਨਾਂ ਦੇ ਟੁਕੜੇ ਕਰ ਦਿੱਤੇ। ਜਿਸ ਔਰਤ ਨੇ ਆਪਣੀ ਜ਼ਿੰਦਗੀ ਦੇ 10 ਸਾਲ ਮੇਰੇ ਨਾਲ ਬਿਤਾਏ ਸਨ, ਉਹ ਅੱਜ ਮੇਰੇ ਲਈ ਅਜਨਬੀ ਬਣ ਗਈ ਸੀ। ਮੈਨੂੰ ਇਹਨਾਂ 10 ਸਾਲਾਂ ਲਈ ਅਫਸੋਸ ਹੈ ਜੋ ਉਸ ਨੇ ਮੇਰੇ ਲਈ ਬਰਬਾਦ ਕੀਤੇ। ਪਰ ਮੈਂ ਕੀ ਕਰਾਂ, ਜੋ ਹੋਇਆ ਹੈ ਮੈਂ ਨਹੀਂ ਬਦਲ ਸਕਿਆ, ਕਿਉਂਕਿ ਮੈਂ ਆਪਣੀ ਪਤਨੀ ਤੋਂ ਵੱਧ ਕਿਸੇ ਹੋਰ ਨੂੰ ਪਿਆਰ ਕਰਨ ਲੱਗ ਪਿਆ ਸੀ। ਅਖੀਰ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਹ ਮੇਰੇ ਸਾਹਮਣੇ ਰੋਣ ਲੱਗ ਪਈ। ਮੇਰੇ ਲਈ ਉਸ ਦਾ ਰੋਣਾ ਇੱਕ ਤਰ੍ਹਾਂ ਦਾ ਉਸ ਦੀ ਰਿਹਾਈ ਵਰਗਾ ਸੀ। ਤਲਾਕ ਦਾ ਇਹ ਮਾਮਲਾ ਜੋ ਮੈਨੂੰ ਕਈ ਦਿਨਾਂ ਤੋਂ ਪਰੇਸ਼ਾਨ ਕਰ ਰਿਹਾ ਸੀ, ਹੁਣ ਪੂਰੀ ਤਰ੍ਹਾਂ ਸਾਫ਼ ਹੋ ਗਿਆ ਸੀ। ਅਗਲੇ ਦਿਨ ਮੈਂ ਬਹੁਤ ਦੇਰ ਨਾਲ ਘਰ ਆਇਆ। ਮੈਂ ਦੇਖਿਆ ਕਿ ਉਹ ਮੇਜ਼ 'ਤੇ ਬੈਠੀ ਕੁਝ ਲਿਖ ਰਹੀ ਸੀ। ਮੈਂ ਰਾਤ ਦਾ ਖਾਣਾ ਨਹੀਂ ਖਾਧਾ, ਪਰ ਫਿਰ ਮੈਂ ਸਿੱਧਾ ਉੱਪਰ ਗਿਆ ਅਤੇ ਆਪਣੇ ਕਮਰੇ ਵਿੱਚ ਸੌਂ ਗਿਆ, ਕਿਉਂਕਿ ਮੈਂ ਸਾਰਾ ਦਿਨ ਪ੍ਰਿਆ ਨਾਲ ਰਹਿ ਕੇ ਅਤੇ ਕਈ ਥਾਵਾਂ 'ਤੇ ਜਾ ਕੇ ਥੱਕ ਗਿਆ ਸੀ। ਉਹ ਸ਼ਾਇਦ ਉਸੇ ਮੇਜ਼ 'ਤੇ ਲਿਖਦਿਆਂ ਸੌਂ ਗਈ ਸੀ। ਸਵੇਰੇ ਉਸ ਨੇ ਤਲਾਕ ਦੀਆਂ ਸ਼ਰਤਾਂ ਦੱਸੀਆਂ। ਉਹ ਮੇਰੇ ਤੋਂ ਕੁਝ ਲੈਣਾ ਨਹੀਂ ਚਾਹੁੰਦੀ ਸੀ। ਉਹ ਤਲਾਕ ਤੋਂ ਪਹਿਲਾਂ ਸਿਰਫ 1 ਮਹੀਨੇ ਦਾ ਸਮਾਂ ਚਾਹੁੰਦੀ ਸੀ। ਉਸ ਨੇ ਕਿਹਾ ਕਿ ਇਸ 1 ਮਹੀਨੇ ਵਿੱਚ ਸਾਨੂੰ ਦੋਵਾਂ ਨੂੰ ਵੱਧ ਤੋਂ ਵੱਧ ਪੁਰਾਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ, ਕਿਉਂਕਿ ਆਉਣ ਵਾਲੇ ਮਹੀਨੇ ਸਾਡੇ ਬੇਟੇ ਦਾ ਇਮਤਿਹਾਨ ਹੈ। ਉਹ ਨਹੀਂ ਚਾਹੁੰਦੀ ਕਿ ਸਾਡੇ ਟੁੱਟੇ ਰਿਸ਼ਤੇ ਦਾ ਉਸ ਦੀ ਪੜ੍ਹਾਈ 'ਤੇ ਅਸਰ ਪਵੇ। ਮੈਨੂੰ ਇਹ ਪਸੰਦ ਆਇਆ, ਪਰ ਉਹ ਕੁਝ ਹੋਰ ਵੀ ਚਾਹੁੰਦੀ ਸੀ। ਜਿੱਦਾਂ ਮੈਂ ਵਿਆਹ ਵਾਲੇ ਦਿਨ ਉਸ ਨੂੰ ਚੁੱਕ ਕੇ ਆਪਣੇ ਬੈੱਡਰੂਮ ਵਿੱਚ ਲੈ ਗਿਆ ਸੀ, ਇਸੇ ਤਰ੍ਹਾਂ 1 ਮਹੀਨੇ ਤੱਕ ਹਰ ਰੋਜ਼ ਮੈਂ ਉਸ ਨੂੰ ਬੈੱਡਰੂਮ ਤੋਂ ਚੁੱਕ ਕੇ ਮੁੱਖ ਦਰਵਾਜ਼ੇ ਤੱਕ ਲੈ ਕੇ ਜਾਵਾਂ। ਮੈਂ ਸੋਚਿਆ ਕਿ ਇਹ ਪਾਗਲਪਨ ਹੈ, ਪਰ ਇਹਨਾਂ ਆਖਰੀ ਦਿਨਾਂ ਨੂੰ ਥੋੜ੍ਹਾ ਬਿਹਤਰ ਬਣਾਉਣ ਲਈ ਮੈਂ ਉਸ ਦੀ ਸ਼ਰਤ ਨੂੰ ਸਵੀਕਾਰ ਕਰ ਲਿਆ। ਮੈਂ ਪ੍ਰਿਆ ਨੂੰ ਆਪਣੀ ਪਤਨੀ ਦੀਆਂ ਸਾਰੀਆਂ ਸ਼ਰਤਾਂ ਦੱਸ ਦਿੱਤੀਆਂ। ਉਹ ਹੱਸਣ ਲੱਗ ਗਈ। ਉਸ ਨੂੰ ਲੱਗਾ ਕਿ ਮੇਰੀ ਪਤਨੀ ਜਿੰਨੇ ਮਰਜ਼ੀ ਤਰੀਕੇ ਅਪਣਾ ਲਵੇ, ਤਲਾਕ ਤਾਂ ਹੋਣਾ ਹੀ ਹੈ। ਇਸ ਦੌਰਾਨ ਮੈਂ ਅਤੇ ਮੇਰੀ ਪਤਨੀ ਕਿਸੇ ਨੂੰ ਨਹੀਂ ਮਿਲੇ, ਪਰ ਉਸ ਦਿਨ ਜਦੋਂ ਮੈਂ ਪਹਿਲੀ ਵਾਰ ਉਸ ਨੂੰ ਚੁੱਕ ਕੇ ਗੇਟ ਤੱਕ ਲੈ ਕੇ ਗਿਆ ਤਾਂ ਸਾਨੂੰ ਦੋਵਾਂ ਨੂੰ ਬਹੁਤ ਅਜੀਬ ਲੱਗਾ। ਪਿੱਛੇ ਤੋਂ ਸਾਡਾ ਮੁੰਡਾ ਵੀ ਮੁਸਕਰਾ ਰਿਹਾ ਸੀ ਤੇ ਖੁਸ਼ ਵੀ ਹੋ ਰਿਹਾ ਸੀ। ਅਗਲੇ ਦਿਨ ਇਹ ਕੰਮ ਥੋੜ੍ਹਾ ਆਮ ਅਤੇ ਆਸਾਨ ਹੋ ਗਿਆ। ਇੰਜ ਲੱਗਾ ਜਿਵੇਂ ਮੈਨੂੰ ਇਹ ਮਹਿਕ
ਕਈ ਦਿਨਾਂ ਬਾਅਦ ਮਿਲ ਰਹੀ ਹੈ ਜਾਂ ਫਿਰ ਕਈ ਦਿਨਾਂ ਤੋਂ ਇਸ ਦੀ ਮੌਜੂਦਗੀ ਦਾ ਅਹਿਸਾਸ ਹੀ ਨਹੀਂ ਹੋਇਆ ਸੀ। ਉਸ ਵਿੱਚ ਪਹਿਲਾਂ ਵਰਗੀ ਤੰਗੀ ਨਹੀਂ ਸੀ ਅਤੇ ਉਸ ਦੇ ਚਿਹਰੇ 'ਤੇ ਕੁਝ ਹਲਕੀ ਝੁਰੜੀਆਂ ਨਜ਼ਰ ਆ ਰਹੀਆਂ ਸਨ ਅਤੇ ਵਾਲ ਵੀ ਚਿੱਟੇ ਹੋ ਰਹੇ ਸਨ। ਇਹ ਉਹੀ ਔਰਤ ਸੀ ਜਿਸ ਨੇ ਆਪਣੇ ਜ਼ਿੰਦਗੀ ਦੇ 10 ਸਾਲ ਮੈਨੂੰ ਸਮਰਪਿਤ ਕੀਤੇ ਸਨ। ਚੌਥੇ ਦਿਨ ਜਦੋਂ ਮੈਂ ਉਸ ਨੂੰ ਚੁੱਕਿਆ ਤਾਂ ਉਹੀ ਪੁਰਾਣਾ ਚਾਅ ਪਰਤਣ ਲੱਗਾ। 5ਵੇਂ ਅਤੇ 6ਵੇਂ ਦਿਨ ਉਹ ਪੁਰਾਣਾ ਪਿਆਰ ਦੁਬਾਰਾ ਜਾਗਣਾ ਸ਼ੁਰੂ ਹੋ ਗਿਆ। ਮੈਂ ਪ੍ਰਿਆ ਨੂੰ ਇਸ ਬਾਰੇ ਕੁਝ ਨਾ ਦੱਸਿਆ। ਹੁਣ ਉਸ ਨੂੰ ਚੁੱਕਣਾ ਆਸਾਨ ਸੀ। ਸ਼ਾਇਦ ਮੈਨੂੰ ਇਹ ਸਭ ਰੋਜ਼ ਕਰਨ ਦੀ ਆਦਤ ਪੈ ਗਈ ਸੀ। ਇੱਕ ਦਿਨ ਉਹ ਆਪਣੀ ਪਸੰਦ ਦਾ ਸੂਟ ਕੱਢ ਰਹੀ ਸੀ, ਪਰ ਕੁਝ ਖਾਸ ਪਤਾ ਨਹੀਂ ਲੱਗ ਸਕਿਆ। ਉਸ ਨੇ ਸਾਹ ਲੈਂਦਿਆਂ ਕਿਹਾ ਕਿ ਉਸ ਦੇ ਸਾਰੇ ਕੱਪੜੇ ਖੁੱਲ੍ਹੇ ਹੋਣ ਲੱਗ ਪਏ ਹਨ। ਫਿਰ ਮੈਨੂੰ ਪਤਾ ਲੱਗਾ ਕਿ ਉਹ ਬਹੁਤ ਪਤਲੀ ਹੋ ਗਈ ਹੈ ਅਤੇ ਇਸ ਲਈ ਮੈਂ ਉਸ ਨੂੰ ਆਸਾਨੀ ਨਾਲ ਚੁੱਕ ਸਕਿਆ। ਮੇਰੇ ਦਿਲ ਨੂੰ ਝਟਕਾ ਲੱਗਾ। ਉਹ ਆਪਣੇ ਦਿਲ ਵਿੱਚ ਬਹੁਤ ਦਰਦ ਛੁਪਾ ਰਹੀ ਸੀ। ਪਤਾ ਨਹੀਂ ਕਿਵੇਂ ਮੈਂ ਉਸ ਦੇ ਸਿਰ ਨੂੰ ਛੂਹ ਲਿਆ। ਅਚਾਨਕ ਸਾਡਾ ਬੇਟਾ ਆਇਆ ਅਤੇ ਬੋਲਿਆ ਕਿ ਪਿਤਾ ਜੀ, ਹੁਣ ਸਮਾਂ ਹੋ ਗਿਆ ਹੈ, ਮੰਮੀ ਨੂੰ ਚੁੱਕ ਕੇ ਬਾਹਰ ਲੈ ਆਓ। ਆਪਣੇ ਪਿਤਾ ਨੂੰ ਆਪਣੀ ਮਾਂ ਨੂੰ ਇਸੇ ਤਰ੍ਹਾਂ ਚੁੱਕਦੇ ਹੋਏ ਦੇਖਦਾ ਉਸ ਲਈ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਸੀ। ਮੇਰੀ ਪਤਨੀ ਨੇ ਸਾਡੇ ਬੱਚੇ ਨੂੰ ਬੁਲਾਇਆ ਅਤੇ ਉਸ ਨੂੰ ਕੱਸ ਕੇ ਜੱਫੀ ਪਾ ਲਈ। ਮੈਂ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਮੈਨੂੰ ਲੱਗਾ ਕਿ ਮੈਨੂੰ ਆਪਣਾ ਫੈਸਲਾ ਨਹੀਂ ਬਦਲਣਾ ਚਾਹੀਦਾ। ਮੈਂ ਆਪਣੀ ਪਤਨੀ ਨੂੰ ਆਮ ਵਾਂਗ ਚੁੱਕਿਆ ਅਤੇ ਬੈੱਡਰੂਮ ਤੋਂ ਹਾਲ ਵਿੱਚ ਲੈ ਆਇਆ। ਉਸ ਨੇ ਪਿਆਰ ਨਾਲ ਆਪਣੇ ਦੋਵੇਂ ਹੱਥ ਮੇਰੇ ਗਲੇ ਦੁਆਲੇ ਪਾ ਦਿੱਤੇ, ਪਰ ਉਸ ਦਾ ਘੱਟ ਭਾਰ ਮੈਨੂੰ ਪਰੇਸ਼ਾਨ ਕਰ ਰਿਹਾ ਸੀ। ਜਦੋਂ ਮੈਂ ਮਹੀਨੇ ਦੇ ਆਖਰੀ ਦਿਨ ਜਾਗਿਆ, ਮੈਨੂੰ ਇੱਕ ਕਦਮ ਵੀ ਤੁਰਨਾ ਮੁਸ਼ਕਲ ਹੋ ਰਿਹਾ ਸੀ। ਸਾਡਾ ਮੁੰਡਾ ਸਕੂਲ ਗਿਆ ਹੋਇਆ ਸੀ। ਮੈਂ ਆਪਣੀ ਕਾਰ ਵਿੱਚ ਦਫ਼ਤਰ ਗਿਆ ਅਤੇ ਕਾਰ ਨੂੰ ਲੋਕ ਕੀਤੇ ਬਿਨਾਂ ਹੀ ਕਾਰ ਵਿੱਚੋਂ ਬਾਹਰ ਆ ਗਿਆ। ਮੈਨੂੰ ਡਰ ਸੀ ਕਿ ਇੱਕ ਪਲ ਦੀ ਦੇਰੀ ਨਾਲ ਵੀ ਮੇਰਾ ਮਨ ਬਦਲ ਜਾਵੇਗਾ। ਮੈਂ ਉੱਪਰ ਚਲਾ ਗਿਆ। ਪ੍ਰਿਆ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਉਸ ਨੂੰ ਕਿਹਾ, ਮਾਫ਼ ਕਰਨਾ ਪ੍ਰਿਆ, ਹੁਣ ਮੈਂ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ। ਉਸ ਨੇ ਮੇਰੇ ਵੱਲ ਦੇਖਿਆ ਅਤੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਹਾ, ਤੁਹਾਨੂੰ ਬੁਖਾਰ ਤਾਂ ਨਹੀਂ ਹੈ? ਮੈਂ ਉਸ ਦਾ ਹੱਥ ਹਟਾਇਆ ਅਤੇ ਕਿਹਾ, ਮਾਫ਼ ਕਰਨਾ ਪ੍ਰਿਆ, ਹੁਣ ਮੈਂ ਆਪਣੀ ਪਤਨੀ ਤੋਂ ਤਲਾਕ ਨਹੀਂ ਚਾਹੁੰਦਾ। ਸਾਡੀ ਵਿਆਹੁਤਾ ਜ਼ਿੰਦਗੀ ਸ਼ਾਇਦ ਸਾਡੇ ਦੋਵਾਂ ਦਾ ਧਿਆਨ ਨਾ ਦੇਣ ਕਾਰਨ ਬੋਰਿੰਗ ਹੋ ਗਈ ਸੀ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ। ਹੁਣ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਜਿਸ ਦਿਨ ਤੋਂ ਮੈਂ ਉਸ ਨਾਲ ਵਿਆਹ ਕਰਕੇ ਉਸ ਨੂੰ ਘਰ ਲਿਆਇਆ ਸੀ, ਉਸ ਦਿਨ ਤੋਂ ਲੈ ਕੇ ਜ਼ਿੰਦਗੀ ਦੇ ਆਖਰੀ ਦਿਨ ਤੱਕ ਮੈਂ ਉਸ ਦੇ ਨਾਲ ਰਹਿਣਾ ਹੈ। ਪ੍ਰਿਆ ਆਪਣੇ ਹੋਸ਼ ਗੁਆ ਬੈਠੀ। ਉਸ ਨੇ ਮੇਰੇ ਮੂੰਹ 'ਤੇ ਇੱਕ ਜ਼ੋਰਦਾਰ ਥੱਪੜ ਮਾਰਿਆ। ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਪੌੜੀਆਂ ਉਤਰ ਕੇ ਆਪਣੀ ਕਾਰ ਵਿੱਚ ਆ ਕੇ ਬੈਠ ਗਿਆ। ਅੱਗੇ ਫੁੱਲਾਂ ਦੀ ਦੁਕਾਨ 'ਤੇ ਰੁਕਿਆ ਅਤੇ ਆਪਣੀ ਪਿਆਰੀ ਪਤਨੀ ਲਈ ਇੱਕ ਸੁੰਦਰ ਗੁਲਦਸਤਾ ਖਰੀਦਿਆ। ਦੁਕਾਨਦਾਰ ਨੇ ਪੁੱਛਿਆ ਕਿ ਇਸ 'ਤੇ ਕੀ ਲਿਖਾਂ। ਮੈਂ ਮੁਸਕਰਾਇਆ ਅਤੇ ਕਿਹਾ ਕਿ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਤੱਕ ਇਸੇ ਤਰ੍ਹਾਂ ਚੁੱਕਦਾ ਰਹਾਂਗਾ। ਜਦੋਂ ਮੈਂ ਆਪਣੇ ਹੱਥਾਂ ਵਿੱਚ ਇੱਕ ਗੁਲਦਸਤਾ ਲੈ ਕੇ ਸ਼ਾਮ ਨੂੰ ਘਰ ਆਇਆ, ਮੇਰੇ ਚਿਹਰੇ 'ਤੇ ਮੁਸਕਰਾਹਟ ਸੀ। ਮੈਂ ਆਪਣੇ ਕਮਰੇ ਵੱਲ ਭੱਜਿਆ, ਪਰ ਉਦੋਂ ਤੱਕ ਉਹ ਮੈਨੂੰ ਸਦਾ ਲਈ ਛੱਡ ਕੇ ਇਸ ਦੁਨੀਆ ਤੋਂ ਜਾ ਚੁੱਕੀ ਸੀ। ਉਹ ਕਈ ਮਹੀਨਿਆਂ ਤੋਂ ਕੈਂਸਰ ਨਾਲ ਲੜ ਰਹੀ ਸੀ, ਪਰ ਮੈਂ ਪ੍ਰਿਆ ਨਾਲ ਇੰਨਾ ਗੁਆਚ ਗਿਆ ਸੀ ਕਿ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ। ਉਹ ਜਾਣਦੀ ਸੀ ਕਿ ਉਹ ਜਲਦੀ ਹੀ ਮੈਨੂੰ ਛੱਡ ਕੇ ਜਾਣ ਵਾਲੀ ਹੈ, ਇਸ ਲਈ ਉਹ ਮੈਨੂੰ ਅਤੇ ਮੇਰੇ ਪੁੱਤਰ ਨੂੰ ਟੁੱਟਣ ਤੋਂ ਬਚਾਉਣਾ ਚਾਹੁੰਦੀ ਸੀ। ਮੈਂ ਉਸ ਨੂੰ ਤਲਾਕ ਦੇਣਾ ਚਾਹੁੰਦਾ ਸੀ, ਪਰ ਫਿਰ ਵੀ ਉਸ ਨੇ ਮੈਨੂੰ ਆਪਣੇ ਬੱਚੇ ਦੀਆਂ ਨਜ਼ਰਾਂ ਵਿੱਚ ਪਿਆਰ ਕਰਨ ਵਾਲਾ ਪਤੀ ਅਤੇ ਪਿਤਾ ਬਣਾਇਆ। ਰਿਸ਼ਤਿਆਂ ਵਿੱਚੋਂ ਛੋਟੀਆਂ-ਛੋਟੀਆਂ ਗੱਲਾਂ ਬਹੁਤ ਮਹੱਤਵ ਰੱਖਦੀਆਂ ਹਨ।
ਵੱਡਾ ਘਰ, ਵੱਡੀ ਕਾਰ ਅਤੇ ਬੈਂਕ ਬੈਲੈਂਸ ਖੁਸ਼ੀ ਦਾ ਹਿੱਸਾ ਜ਼ਰੂਰ ਬਣ ਸਕਦੇ ਹਨ, ਪਰ ਪਿਆਰਿਆਂ ਤੋਂ ਬਿਨਾਂ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ। ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੀ। ਪੂਰੀ ਵੀਡੀਓ ਦੇਖਣ ਲਈ ਧੰਨਵਾਦ।